ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਨੀ ਸਾਧ ਸੰਗਤ ਕੈ ਅੰਚਲ ਲਾਵੋ। ਬਿਖਮ ਨਦੀ ਜਾਇ ਤਰਣੀ ਸਾਧ ਸੰਗਤ ਕੈ ਅੰਚਲ ਲਾਵੋ। ਬਿਖਮ ਨਦੀ ਜਾਇ ਤਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ ਕਾਫੀ ਘਰ ਦਸਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਭ ਜੇ ਸਤਿਗੁਰ ਪਾਇਆ। ਜਹਰਾ ਜਹੂਰ ਹਾਜ਼ਰਾ ਹਜੂਰ ਸਮਰੱਥ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਗੋਦ ਵਿੱਚ ਹਾਜ਼ਰੀਨ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਗੁਰ ਬਖਸ਼ਿਸ਼ ਗੁਰ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦਇਆਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਦਇਆਲਤਾ ਕਰਦੇ ਹੋਏ ਅੰਮ੍ਰਿਤ ਵੇਲੇ ਤੋਂ ਤਖਤ ਸਾਹਿਬ ਤੇ ਸੁਭਾਏਮਾਨ ਹੋ ਕਰ ਦਰਸ਼ਨ ਬਖਸ਼ੇ। ਅੰਮ੍ਰਿਤ ਬਾਣੀ ਦੇ ਨਿਤਨੇਮ ਆਸਾ ਜੀ ਕੀ ਵਾਰ ਦੇ ਕੀਰਤਨ ਦੀਆਂ ਰਹਿਮਤਾਂ ਹੋਈਆਂ। ਆਪਾਂ ਸੰਗਤਾਂ ਨੇ ਸਮੇਂ ਅਨੁਸਾਰ ਹਾਜ਼ਰੀਆਂ ਭਰ ਕੇ ਗੁਰੂ ਪਾਸੋਂ ਖੁਸ਼ੀਆਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਆਓ ਜੋ ਪਾਵਨ ਮੁਖਵਾਕ ਪਾਤਸ਼ਾਹ ਜੀ ਨੇ ਅੱਜ ਬਖਸ਼ਿਸ਼ ਕੀਤਾ, ਉਸ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਸਾਰੀ ਸੰਗਤ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ ਕਾਫੀ ਘਰ ਦਸਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੂਹੀ ਰਾਗ ਵਿੱਚ 10ਵੇਂ ਘਰ ਵਿੱਚ ਜਿਹੜਾ ਸ਼ਬਦ ਹੈ ਉਹਦੀ ਚਾਲ ਜਿਹੜੀ ਗਾਇਨ ਸ਼ੈਲੀ ਉਹ ਕਾਫੀ ਦੇ ਰੂਪ ਵਿੱਚ ਉਚਾਰਨ ਕਰਦੇ ਆ। ਸ਼ਬਦ 751 ਅਤੇ 752 ਅੰਗ ਉੱਪਰ ਸੁਸ਼ੋਭਿਤ ਹੈ। ਆਰੰਭਤਾ ਵਿੱਚ ਬਖਸ਼ਿਸ਼ ਕਰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿ ਪਰਮਾਤਮਾ ਇੱਕ ਹੈ, ਉਹ ਲਾ ਸ਼ਰੀਕ ਹੈ, ਉਹਦੀ ਬਰਾਬਰਤਾ ਵਾਲਾ ਸੰਸਾਰ ਵਿੱਚ ਦੂਜਾ ਕੋਈ ਨਹੀਂ। ਪਰਮਾਤਮਾ ਨੇ ਸਭ ਕੁਝ ਬਣਾਇਆ ਪਰ ਦੂਸਰਾ ਪਰਮਾਤਮਾ ਨਹੀਂ ਬਣਾਇਆ। ਉਹ ਓੰਕਾਰ ਹੈ, ਸਭ ਦਾ ਪ੍ਰਕਾਸ਼ਕ ਹੈ, ਪਾਲਣਹਾਰ ਹੈ ਔਰ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ। ਸਤਿਗੁਰ ਪ੍ਰਸਾਦ ਐਸੇ ਵਿਆਪਕ ਪਰਮਾਤਮਾ ਨਾਲ ਮਿਲਣ ਵਾਸਤੇ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਪ੍ਰਸਾਦ ਕਿਰਪਾ ਦੀ ਲੋੜ ਹੈ। ਗੁਰੂ ਪਰਮਾਤਮਾ ਨਾਲ ਮਿਲਦਾ ਹੈ। ਸ਼ਬਦ ਦੇ ਰਹਾਉ ਦੇ ਬੰਦ ਵਿੱਚ ਗੁਰਦੇਵ ਕਿਰਪਾ ਕਰਦੇ। ਚੱਲੇ ਜਨਮ ਸਵਾਰ ਵਖਰ ਸੱਚ ਲੈ, ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ। ਕਹਿੰਦੇ ਜਾਣਾ ਸਭ ਨੇ ਇਸ ਸੰਸਾਰ ਤੋਂ, ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ, ਕੋਈ ਨਾ ਬੰਧੈ ਤੀ। ਪਰ ਸਾਰੇ ਇੱਕ ਤਰੀਕੇ ਨਾਲ ਨਹੀਂ ਜਾਂਦੇ। ਕੋਈ ਤਾਂ ਜਾਂਦੇ ਆ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਤੇ ਕੋਈ ਜਾਂਦੇ ਆ ਦਾਗ ਦੋਸ ਮੋਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ। ਕੋਈ ਕਲੰਕੀ ਹੋ ਕੇ ਜਾਂਦੇ ਆ, ਕੋਈ ਨਿਰਮਲ ਹੋ ਕੇ। ਅੱਜ ਪਾਤਸ਼ਾਹ ਜੀ ਕਹਿੰਦੇ ਚੱਲੇ ਜਨਮ ਸਵਾਰ ਵਖਰ ਸੱਚ ਲੈ।
ਕਹਿੰਦੇ ਸੰਸਾਰ ਤੋਂ ਗੁਰਮੁਖ ਗਏ, ਸੱਚ ਦਾ ਸੌਦਾ ਵਿਹਾਜਿਆ, ਤੇ ਪੱਤ ਪਾਏ ਦਰਬਾਰ। ਰੱਬ ਦੇ ਘਰ ਵਿੱਚ ਇੱਜ਼ਤ ਮਿਲੀ, ਕਿਉਂ? ਸਤਿਗੁਰ ਸ਼ਬਦ ਭੈ। ਉਹਨਾਂ ਨੇ ਗੁਰੂ ਦੇ ਸ਼ਬਦ ਦੇ ਭੈ ਵਿੱਚ, ਗੁਰੂ ਦੀ ਆਗਿਆ ਵਿੱਚ ਜੀਵਨ ਗੁਜ਼ਾਰਿਆ, ਸ਼ਬਦ ਦੀ ਕਮਾਈ ਕੀਤੀ। ਕਿਉਂਕਿ ਸੰਸਾਰ ਵਿੱਚ ਹਰ ਮਨੁੱਖ ਵਪਾਰੀ ਹੈ। ਬਾਣੀ ਕਹਿੰਦੀ ਵਣਜ ਕਰੋ ਵਣਜਾਰੇ ਹੋ, ਵਖਰ ਲਿਹੋ ਸੰਭਾਲ। ਵਣਜਾਰੇ ਤੋਂ ਅਰਥ ਹੈ ਵਪਾਰ ਕਰਨਾ। ਕਹਿੰਦੇ ਇਹ ਮਨੁੱਖ ਵਪਾਰ ਕਰ, ਪਰ ਉਹ ਚੀਜ਼ ਦਾ ਵੀ ਵਪਾਰ ਕਰ ਜਿਹੜੀ ਤੇਰੇ ਨਾਲ ਨਿਭੇ। ਵਣਜ ਕਰੋ ਵਣਜਾਰੇ ਹੋ, ਵਖਰ ਲਿਹੋ ਸੰਭਾਲ। ਤੈਸੀ ਵਸਤ ਵਿਸਾਹੀ ਹੈ, ਜੈਸੀ ਨਿਭੈ ਨਾਲ। ਬਾਣੀ ਕਹਿੰਦੀ ਕੋਈ ਕਿਸ ਤਰ੍ਹਾਂ ਦਾ ਵਪਾਰ ਕਰਦਾ, ਕੋਈ ਕਿਸ ਤਰ੍ਹਾਂ ਦਾ। ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਸੰਤਨ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਜਿਨ੍ਹਾਂ ਨੇ ਗੋਬਿੰਦ ਦਾ ਨਾਮ ਬਣਜਿਆ, ਉਹ ਪੱਤ ਦੇ ਨਾਲ, ਇੱਜ਼ਤ ਦੇ ਨਾਲ, ਉਜਲਾ ਮੁਖ ਲੈ ਕੇ ਸੰਸਾਰ ਤੋਂ ਗਏ। ਸਾਧ ਸੰਗਤ, ਮੁਖ ਉਜਲਾ ਤਾਂ ਹੀ ਹੁੰਦਾ ਜੇ ਬੰਦਾ ਰੱਬ ਦੇ ਭੈ ਵਿੱਚ ਰਵੇ, ਤੇ ਕੋਈ ਬੁਰਾ ਕੰਮ ਨਹੀਂ ਹੁੰਦਾ। ਤੇ ਜੇ ਬੁਰਾ ਕੰਮ ਨਹੀਂ ਹੈ ਤੇ ਫਿਰ ਮਨੁੱਖ ਕਿਵੇਂ ਮੁਖ ਮਲੀਨ ਕਰਕੇ ਜਾਏਗਾ। ਥੋੜਾ ਜਿਹਾ ਸਮਾਂ ਪਹਿਲਾਂ ਦੀ ਗੱਲ ਹੈ, ਦਾਸ ਸਕੂਲ 'ਚ ਪੜ੍ਹਾਉਂਦਾ ਰਿਹਾ ਕੁਝ ਸਮਾਂ, ਤੇ ਉੱਥੇ ਇੱਕ ਮਿੱਤਰ ਅਧਿਆਪਕ ਸੀ। ਉਹਦਾ ਫੋਨ ਆਇਆ, ਕਹਿੰਦੇ ਮੇਰੇ ਦਾਦਾ ਜੀ ਚਲਾਣਾ ਕਰ ਗਏ। ਚਲੋ ਆਪਾਂ ਸਮਾਂ ਕੱਢ ਕੇ ਉੱਥੇ ਗਏ, ਬੈਠੇ, ਗੱਲਾਂ ਬਾਤਾਂ ਹੋਈਆਂ। ਕਹਿੰਦੇ 104 ਸਾਲ ਉਮਰ ਸੀ ਬਜ਼ੁਰਗਾਂ ਦੀ। ਕਹਿੰਦੇ ਉਹਨਾਂ ਨੇ ਜਦੋਂ ਤੋਂ ਅੰਮ੍ਰਿਤ ਛਕਿਆ ਸੀ, ਆਪਣੇ ਸਾਰੇ ਕੇਸ ਉਹ ਇੱਕ ਵੱਡੇ ਆਕਾਰ ਦੇ ਝੋਲੇ ਵਿੱਚ ਪਾ ਕੇ ਸੰਭਾਲ ਕੇ ਰੱਖਦੇ ਸੀ। ਤੇ ਮੇਰੀ ਮਾਤਾ ਜੀ ਨੂੰ, ਆਪਣੀ ਨੂੰਹ ਨੂੰ, ਉਹਨਾਂ ਨੇ 2 ਗੱਲਾਂ ਆਖੀਆਂ ਸੀ। ਕਹਿਣ ਲੱਗੇ, ਧੀਏ ਬਲਵੰਤ ਕੁਰੇ, ਇੱਕ ਤਾਂ ਮੇਰੇ ਕੇਸ ਨਾ ਰੁਲਣ, ਜਦੋਂ ਮੇਰੀ ਮੌਤ ਹੋਵੇ ਮੇਰੇ ਅੰਗੀਠੇ ਵਿੱਚ ਮਤਲਬ ਸੰਸਕਾਰ ਹੋਵੇ ਉਦੋਂ ਮੇਰੇ ਕੇਸ ਨਾਲ ਪਾ ਦੇਣੇ। ਤੇ ਦੂਜਾ, ਮੇਰੇ ਮੂੰਹ ਤੇ ਮਰੇ ਹੋਏ ਦੇ ਕੱਪੜਾ ਨਹੀਂ ਪਾਉਣਾ, ਮੇਰਾ ਮੂੰਹ ਨਹੀਂ ਢੱਕਣਾ। ਮੈਂ ਦੁਨੀਆ ਤੋਂ ਮੂੰਹ ਲੁਕਾ ਕੇ ਨਹੀਂ ਜਾਣਾ, ਕਿਉਂਕਿ ਮੈਂ ਗੁਰੂ ਦੀ ਸਿੱਖੀ ਕਮਾਈ ਹੈ। ਕਿਸੇ ਨਾਲ ਧਰੋ ਨਹੀਂ ਕਮਾਇਆ ਵੀ ਮੈਂ ਮੂੰਹ ਲੁਕਾ ਕੇ ਦੁਨੀਆ ਤੋਂ ਜਾਵਾਂ। ਇਹ ਕਮਾਈ ਹੈ ਕਿ ਕੋਈ ਇੰਨੇ ਦਾਅਵੇ ਨਾਲ ਕਹਿ ਸਕੇ ਵੀ ਮੈਂ ਕਿਸੇ ਨਾਲ ਕੋਈ ਮਾੜਾ ਕੰਮ ਨਹੀਂ ਕੀਤਾ। ਮੈਂ ਗੁਰੂ ਦੀ ਰਹਿਮਤ ਨਾਲ ਸੰਸਾਰ ਤੋਂ ਨੀਤੀਆਂ ਲੈ ਕੇ ਜਾ ਰਿਹਾ, ਕਿਉਂਕਿ ਜਿਹੜੇ ਗੁਰੂ ਦੇ ਭੈ ਵਿੱਚ ਜਿਉਂਦੇ ਆ ਉਹ ਪਾਪ ਨਹੀਂ ਕਮਾਉਂਦੇ, ਤੇ ਜਿਹੜਾ ਪਾਪ ਨਹੀਂ ਕਮਾਉਂਦਾ ਉਹਨੂੰ ਕਿਸੇ ਤੋਂ ਕਾਹਦਾ ਡਰ। ਮਹਾਰਾਜ ਦੀ ਬਾਣੀ ਕਹਿੰਦੇ, ਸੋ ਡਰੇ ਜੇ ਪਾਪ ਕਮਾਵੰਦਾ, ਧਰਮੀ ਵਗਸੇਤ। ਧਰਮੀ ਤਾਂ ਖੁਸ਼ ਹੈ, ਡਰਦਾ ਤਾਂ ਉਹ ਜਿਹਨੇ ਪਾਪ ਕੀਤਾ। ਮਹਾਰਾਜ ਕਹਿੰਦੇ, ਚੱਲੇ ਜਨਮ ਸਵਾਰ, ਜੀਵਨ ਸਵਾਰਿਆ, ਸੱਚੀ ਵਸਤੂ ਹਾਸਲ ਕੀਤੀ, ਪੱਤ ਪਾਏ ਦਰਬਾਰ। ਗੁਰੂ ਦੇ ਦਰਬਾਰ ਵਿੱਚ ਜੈ ਜੈਕਾਰ ਮਿਲੀ, ਸਤਿਗੁਰ ਸ਼ਬਦ ਭੈ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦਾ ਭੈ ਮੰਨਿਆ, ਕਿਉਂਕਿ ਸ਼ਬਦ ਗੁਰੂ ਗੁਰ ਮੇਰਾ ਸੰਗ ਸਦਾ ਹੈ ਨਾਲ, ਉਹ ਤੇ ਨਾਲ ਹੈ। ਜਦੋਂ ਅਸੀਂ ਗੁਰੂ ਨੂੰ ਆਪਣੇ ਨਾਲ ਮਹਿਸੂਸ ਕਰਾਂਗੇ, ਜਿੱਦਾਂ ਗੁਰਦੁਆਰਾ ਸਾਹਿਬ ਸੰਗਤ 'ਚ ਆਪਾਂ ਆਉਂਦੇ ਹਾਂ, ਤਾਂ ਹਰ ਬੰਦਾ ਕੋਸ਼ਿਸ਼ ਕਰਦਾ ਵੀ ਮੈਂ ਇਸ ਤਰ੍ਹਾਂ ਆਵਾਂ, ਇਸ ਤਰ੍ਹਾਂ ਬੈਠਾਂ ਉੱਠਾਂ, ਕੋਈ ਮੈਥੋਂ ਗਲਤੀ ਨਾ ਹੋਵੇ, ਕਿਉਂਕਿ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ। ਤਾਂ ਜਦੋਂ ਇਹੀ ਸਮਝ ਆ ਜਾਂਦੀ ਵੀ ਇਹ ਗੁਰੂ ਤਾਂ ਵਿਆਪਕ ਹੈ, ਹਰ ਥਾਂ 'ਤੇ ਹੀ ਹੈ, ਮੈਂ ਹਰ ਥਾਂ 'ਤੇ ਹੀ ਇੱਦਾਂ ਉੱਠਣਾ ਬੈਠਣਾ ਹੈ, ਵੇਖਣਾ ਤੁਰਨਾ ਫਿਰਨਾ, ਬੋਲਣਾ ਸੋਚਣਾ ਹੈ, ਕਿਉਂਕਿ ਹਰ ਥਾਂ ਹੀ ਗੁਰੂ ਮੈਨੂੰ ਵੇਖਦਾ। ਤੇ ਜਦੋਂ ਇਹ ਸਮਝ ਆ ਗਈ, ਫਿਰ ਮਨੁੱਖ ਦੀ ਜ਼ਿੰਦਗੀ 'ਚੋਂ ਪਾਪ ਖਤਮ ਹੋ ਜਾਂਦੇ ਆ। ਆਰੰਭ ਵਾਲੀਆਂ ਤੁਕਾਂ ਵਿੱਚ ਮਹਾਰਾਜ ਕਹਿੰਦੇ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਕਹਿੰਦੇ ਭਾਈ ਇਹ ਮਨੁੱਖਾ ਜਨਮ ਜਿਹੜਾ ਨਾ ਇਹ ਦੁਰਲੱਭ ਹੈ। ਬਾਕੀ ਦੀਆਂ ਚੀਜ਼ਾਂ ਅਸੀਂ ਮਨੁੱਖਾ ਜਨਮ ਵਿੱਚ ਮਿਹਨਤ ਕਰਕੇ ਹਾਸਲ ਕਰ ਸਕਦੇ ਹਾਂ, ਪਰ ਸਾਡੇ ਹੱਥ ਵਿੱਚ ਇਹ ਨਹੀਂ ਕਿ ਅਸੀਂ ਮਨੁੱਖਾ ਜਨਮ ਆਪ ਹਾਸਲ ਕਰ ਲਈਏ। ਇਹ ਤਾਂ ਵਾਹਿਗੁਰੂ ਦੀ ਰਹਿਮਤ ਹੈ ਕਿ ਸਾਨੂੰ ਮਨੁੱਖਾ ਜੀਵਨ ਪ੍ਰਾਪਤ ਹੋਇਆ। ਤੇ ਕਾਹਦੇ ਲਈ ਪ੍ਰਾਪਤ ਹੋਇਆ ਹੈ? ਬਾਣੀ ਕਹਿੰਦੀ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜੇ ਇਹ ਵਾਰੀ ਲੰਘ ਗਈ ਤਾਂ ਫਿਰ ਬਹੁਤ ਲੰਮਾ ਗੇੜਾ ਕੱਢ ਕੇ ਇਸ ਪੌੜੀ ਤੇ ਜੋ ਨਰ ਚੁੱਕੇ, ਸੋ ਆਏ ਜਾਏ ਦੁੱਖ ਪਾਏਂਦਾ। ਲੰਮਾ ਗੇੜਾ ਕੱਢ ਕੇ ਫਿਰ ਇਹ ਵਾਰੀ ਪ੍ਰਾਪਤ ਹੁੰਦੀ, ਗੁਰਮੁਖ ਪਾਇਆ। ਮਹਾਰਾਜ ਜੀ ਕਹਿੰਦੇ, ਗੁਰਮੁਖ ਮਹਿਸੂਸ ਕਰਦਾ ਹੈ ਇਸ ਜੀਵਨ ਦੀ ਕੀਮਤ ਨੂੰ ਕਿ ਇਹ ਦੁਰਲੱਭ ਹੈ।
फिर वो इस कीमत नूं महसूस करदा की करदा है, कहंदा आखां जीवां विसरै मर जाऊं। कहंदा जिन्ना चिर मैं सिमरदा है उन्ना चिर ही जीवन है, जे मैं विसर जाना तो मौत है। फिर उहदी जिंदगी है दम दम सदा संभालदा, दम ना बिरथा जाए। वो एक एक सवास की कीमत नूं महसूस करके सवास सवास सिमर के अपने सवास नूं संभालदा है। दुनियादार बंदा कहंदा मैं टाइम पास करदा, पर गुरमुख कहंदा टाइम तो मैनू पास करी जा रहा। दिन ते पहर पहर ते घड़ियां आप घटै तन छीजै, जिंदगी तो भजी जा रही है, समय ने कन्नी खसका लेनी है। ਉਹੀ ਸਮਾਂ ਲਾਭਦਾਇਕ ਹੈ, ਉਮਰ ਉਹੀ ਵਿੱਚ ਲਿਖੇ ਜੋ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ। ਭਾਈ ਨੰਦ ਲਾਲ ਸਾਹਿਬ ਫਰਮਾਨ ਕਰਦੇ, ਜਿਹੜੀ ਸਾਈਂ ਦੀ ਯਾਦ 'ਚ ਉਮਰ ਗੁਜ਼ਰ ਜਾਵੇ ਉਹ ਲੇਖੇ 'ਚ ਲੱਗਦੀ ਹੈ। ਤਾਂ ਮਹਾਰਾਜ ਕਹਿੰਦੇ ਜਦੋਂ ਗੁਰਮੁਖ ਇਸ ਗੱਲ ਨੂੰ ਸਮਝਦੇ ਆ, ਰੱਬ ਨੂੰ ਸਿਮਰਦੇ, ਤੇ ਫਿਰ ਕੀ ਹੁੰਦਾ, ਮਨ ਤਨ ਹੋਏ ਚੁਲੰਬ ਜੇ ਸਤਿਗੁਰ ਭਾਇਆ। ਜੇ ਗੁਰੂ ਨੂੰ ਉਹਨਾਂ ਦੀ ਘਾਲਣਾ ਪ੍ਰਵਾਨ ਹੋ ਜਾਵੇ, ਆਪਾਂ ਇਹ ਨਹੀਂ ਸੋਚ ਸਕਦੇ ਵੀ ਗੁਰੂ ਘਾਲਣਾ ਪ੍ਰਵਾਨ ਨਹੀਂ ਕਰੇਗਾ। ਬਾਣੀ ਤਾਂ ਇੱਥੋਂ ਤੱਕ ਲਿਖਿਆ, ਕਹਿੰਦੇ ਪ੍ਰਭ ਘਾਲਿਆ ਕਿਸੇ ਕਾ ਇੱਕ ਤੇਲ ਨਾ ਗਵਾਈ। ਇੱਕ ਤਿਲ ਭਰ ਵੀ ਕੋਈ ਘਾਲਣਾ ਘਾਲੇ, ਕੋਈ ਮਿਹਨਤ ਕਰੇ, ਪਰਮਾਤਮਾ ਉਸ ਮਿਹਨਤ ਦਾ ਵੀ ਫਲ ਬਖਸ਼ਦਾ ਹੈ। ਇਸ ਲਈ ਜਿਨ੍ਹਾਂ ਨੇ ਘਾਲਣਾ ਘਾਲੀ ਗੁਰੂ ਨੂੰ ਭਾ ਜਾਂਦੇ ਆ। ਮਨ ਤਨ ਹੋਏ ਚੁਲੰਬ, ਚੁਲੰਬ ਦਾ ਅਰਥ ਹੈ ਬਹੁਤ ਗੂੜਾ ਰੰਗ। ਰੰਗ ਦੋ ਤਰ੍ਹਾਂ ਦੇ ਪੁਰਾਣੇ ਸਮੇਂ 'ਚ ਮੰਨੇ ਜਾਂਦੇ ਸੀ, ਇੱਕ ਕਸੁੰਭਾ ਅਤੇ ਇੱਕ ਮਜੀਠ। ਬੂਟਾ ਇੱਕ ਹੀ ਸੀ, ਜਿਹੜੇ ਫੁੱਲ ਸੀ ਉਹਨਾਂ ਫੁੱਲਾਂ ਨੂੰ ਪਾਣੀ 'ਚ ਘੋਲ ਦੇਣਾ ਅਤੇ ਰੰਗ ਆ ਜਾਣਾ, ਚਿੱਟਾ ਕੱਪੜਾ ਵਿੱਚ ਪਾਉਣਾ ਅਤੇ ਬੜਾ ਗੂੜਾ ਰੰਗ ਲੱਗਣਾ। ਪਰ ਉਸ ਰੰਗ ਦਾ ਦੁਖਾਂਤ ਇਹ ਸੀ ਵੀ ਪਾਣੀ ਦੇ ਛਿੱਟੇ ਵੀ ਪੈ ਗਏ ਅਤੇ ਉਹ ਰੰਗ ਲਹਿ ਜਾਂਦਾ ਸੀ। ਉਸੇ ਹੀ ਬੂਟੇ ਦੀਆਂ ਜੜ੍ਹਾਂ ਨੂੰ ਬਹੁਤ ਜ਼ਿਆਦਾ ਪਾਣੀ 'ਚ ਉਬਾਲਣ 'ਤੇ ਇੱਕ ਰੰਗ ਨਿਕਲਦਾ ਸੀ, ਉਹਨੂੰ ਮਜੀਠ ਦਾ ਰੰਗ ਕਹਿੰਦੇ ਸੀ। ਉਹ ਕੱਪੜੇ ਨੂੰ ਲੱਗ ਗਿਆ, ਕੱਪੜਾ ਫਟ ਜਾਏਗਾ ਪਰ ਰੰਗ ਨਹੀਂ ਲੈਂਦਾ। ਬਾਣੀ ਵਿੱਚ ਲਿਖਿਆ, ਕਹਿੰਦੇ ਮਨ ਤਨ ਰੰਗਿਆ ਜਾਂਦਾ ਜਦੋਂ ਬੰਦਾ ਗੁਰੂ ਨੂੰ ਭਾ ਜਾਵੇ, ਅਤੇ ਫਿਰ ਉਹ ਰੰਗ ਕਿਸੇ ਵੀ ਹਾਲਾਤ ਵਿੱਚ ਉਤਰਦਾ ਨਹੀਂ ਹੈ। ਕਾਇਆ ਕਾਪਰ ਚੀਰ ਬਹੁ ਖਾਰੇ, ਹਰ ਰੰਗ ਨਾ ਲਹੈ ਸੁਭਾਗਾ। ਜਿਨ੍ਹਾਂ ਦੀ ਰੂਹ ਆਤਮਾ ਸਰੀਰ ਨੂੰ ਗੁਰੂ ਦੀ ਰਹਿਮਤ ਦਾ ਰੰਗ ਲੱਗਦੇ, ਕਹਿੰਦੇ ਕਾਇਆ ਦਾ ਕੱਪੜਾ ਭਾਵੇਂ ਕੱਟ ਕੱਟ ਕੇ ਟੁੱਕ ਟੁੱਕ ਕੇ ਸੁੱਟ ਦਿੱਤਾ ਜਾਵੇ ਪਰ ਉਹ ਰੰਗ ਉਤਰਦਾ ਨਹੀਂ। ਸਿੰਘ ਸਾਹਿਬ ਭਾਈ ਮਨੀ ਸਿੰਘ ਨੂੰ ਜਦੋਂ ਬੰਦ ਬੰਦ ਕੱਟਣ ਲੱਗੇ ਤਾਂ ਕਾਜੀ ਨੇ ਆਖਿਆ ਸੀ ਅਜੇ ਵੀ ਸਮਾਂ ਹੈ, ਸਰੀਰ ਬਚਾ ਲਾ। ਪਰ ਭਾਈ ਸਾਹਿਬ ਨੇ ਆਖਿਆ ਸੀ ਇਹੋ ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਨ। ਤਨ ਦਿੱਤਿਆਂ ਜੇ ਹਰ ਮਿਲੈ ਤੋ ਵੀ ਸਸਤਾ ਜਾਨ। ਤਨ ਤੇ ਕੱਟਿਆ ਗਿਆ ਪਰ ਜਿਹੜਾ ਰੰਗ ਲੱਗਾ ਸੀ, ਪਾਵਨ ਬਾਣੀ ਸੁਖਮਨੀ ਸਾਹਿਬ ਨਹੀਂ ਭੁੱਲਿਆ। ਉਹ ਟੋਟੇ ਟੋਟੇ ਹੋਏ ਤਨ ਵਿੱਚੋਂ ਵੀ ਆਵਾਜ਼ ਆਉਂਦੀ ਰਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ, ਕਹਿੰਦੇ ਰਹਾਉ ਤੋਂ ਅਗਲਾ ਬੰਦ, ਮਨ ਤਨ ਸੱਚ ਸਾਲਾਹੇ, ਸਾਚੈ ਮਨ ਭਾਇਆ। ਕਹਿੰਦੇ ਮਨ ਅਤੇ ਤਨ ਨਾਲ ਸੱਚ ਨੂੰ ਸਲਾਉਣਾ। ਜਦੋਂ ਰਸਨਾ ਤੋਂ ਸਿਮਰਨਾ ਹੈ, ਮਹਿਸੂਸ ਕਰਨਾ ਹੈ ਕਿ ਅੰਦਰੋਂ ਆਤਮਾ ਵੀ ਸਿਮਰੇ। ਅਤੇ ਜਦੋਂ ਕੋਈ ਅੰਦਰੋਂ ਬਾਹਰੋਂ ਜੁੜਦਾ ਹੈ, ਕਿਉਂਕਿ ਦੇਖੋ ਸੰਸਾਰ ਦੇ ਵਿੱਚ ਮਨੁੱਖ ਦੇ ਸੁਭਾਅ ਵਿੱਚ ਇੱਕ ਅਵਗੁਣ ਹੈ, ਉਹ ਅੰਦਰੋਂ ਕੁਝ ਹੋਰ ਢੰਗ ਨਾਲ ਚੱਲਦਾ ਹੈ, ਬਾਹਰੋਂ ਕੁਝ ਹੋਰ ਢੰਗ ਨਾਲ ਚੱਲਦਾ ਹੈ। ਬਾਣੀ ਕਹਿੰਦੀ ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚੇ, ਕਹਿੰਦੇ ਉਹ ਪ੍ਰਵਾਨ ਨਹੀਂ। ਜਿਹੜਾ ਅੰਦਰੋਂ ਬਾਹਰੋਂ ਰੱਬ ਨੂੰ ਸਿਮਰਦਾ ਹੈ ਉਹੀ ਵਾਹਿਗੁਰੂ ਨੂੰ ਪਾਉਂਦਾ ਹੈ। ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ। ਮਹਾਰਾਜ ਕਹਿੰਦੇ ਫਿਰ ਪੂਰਾ ਗੁਰੂ ਰਹਿਮਤ ਕਰਦਾ ਹੈ, ਮਿਲ ਪੈਂਦਾ ਹੈ, ਅਤੇ ਲਾਲ ਰੱਤਾ ਮਨ ਮਾਨਿਆ, ਰੱਬ ਦੀ ਰਜਾ ਦਾ ਗੂੜਾ ਰੰਗ ਮਨ 'ਤੇ ਚੜ੍ਹ ਜਾਂਦਾ ਹੈ। ਮਨ ਗੁਰੂ ਰਹਿਮਤ ਵਿੱਚ ਤੁਰ ਪੈਂਦਾ ਹੈ, ਮੰਨ ਜਾਂਦਾ ਹੈ ਵੀ ਹੁਣ ਗੁਰੂ ਤੋਂ ਬੇਮੁਖ ਨਹੀਂ ਹੋਣਾ, ਹਮੇਸ਼ਾ ਸਨਮੁਖ ਹੋ ਕੇ ਚੱਲਣਾ। ਕਿਉਂਕਿ ਜਿਹੜੇ ਬੇਮੁਖ ਹੋ ਜਾਂਦੇ ਆ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਹਉ ਜੀਵਾਂ ਗੁਣ ਗਾਏ, ਹਉ ਜੀਵਾਂ ਗੁਣ ਸਾਰ ਅੰਤਰ ਤੂੰ ਵਸੈ। ਗੁਰਮੁਖ ਮਹਿਸੂਸ ਕਰਦਾ ਹਉ ਜੀਵਾਂ ਗੁਣ ਸਾਰ ਅੰਤਰ ਤੂੰ ਵਸੈ। ਤੂੰ ਅੰਦਰ ਵਸਦਾ ਤਾਂ ਮੇਰਾ ਜੀਵਨ, ਅਤੇ ਤੇਰੇ ਗੁਣ ਗਾਉਂਦਿਆਂ
ਮੈਨੂੰ ਆਨੰਦ ਮਹਿਸੂਸ ਹੁੰਦਾ ਹੈ। ਪਰ ਜਦੋਂ ਕਿਤੇ ਇੱਕ ਪਲ ਵੀ ਮੇਰੀ ਯਾਦ ਵਿੱਚੋਂ ਤੂੰ ਵਿਸਰ ਜਾਵੇਂ ਫਿਰ ਮੈਨੂੰ ਆਪਣਾ ਮਰਨਾ ਮਹਿਸੂਸ ਹੁੰਦਾ ਹੈ। ਦੂਸਰੇ ਬੰਨੇ ਮਨਮੁਖ ਹੈ, ਉਹਨੂੰ ਸਾਰੀ ਉਮਰ ਰੱਬ ਨਹੀਂ ਯਾਦ ਆਉਂਦਾ, ਉਹਨੂੰ ਆਉਂਦਾ ਕੀ ਹੈ, ਮਾਇਆ ਮਨਹੁ ਨ ਵੀਸਰੈ ਮੰਗੈ ਦਮਾ ਦਮ ਸੋ ਪ੍ਰਭ ਚੇਤਨ ਆਵਈ ਨਾਨਕ ਨਹੀਂ ਕਰਾਮ। ਉਹਨੂੰ ਦੁਨਿਆਵੀ ਵਸਤੂਆਂ ਹੀ ਦਿਸਦੀਆਂ, ਪਰਮਾਤਮਾ ਨਹੀਂ ਦਿਸਦਾ। ਪਰ ਗੁਰਮੁਖਾਂ ਨੂੰ ਹਰ ਚੀਜ਼ ਵਿੱਚ ਪਰਮਾਤਮਾ ਨਜ਼ਰ ਹੀ ਆਉਂਦਾ ਹੈ। ਤੂੰ ਵਸਹਿ ਮਨ ਮਾਹੇ ਸਹਜੇ ਰਸ ਰਸੈ। ਸਵਾਦ ਤੇ ਹਰ ਇਨਸਾਨ ਨੂੰ ਚਾਹੀਦਾ ਹੈ। ਕਹਿੰਦੇ ਮੈਨੂੰ ਵੀ ਚਾਹੀਦਾ ਹੈ ਤੂੰ ਮੇਰੇ ਮਨ ਵਿੱਚ ਵਸੇ, ਤੇਰੇ ਨਾਮ ਰਸ ਨੂੰ ਮੈਂ ਛਕਦਾ ਰਵਾਂ, ਮੇਰਾ ਮਨ ਜਿਹੜਾ ਉਹ ਤ੍ਰਿਪਤਿਆ ਰਹੇ। ਮੂਰਖ ਮਨ ਸਮਝਾਏ ਆਖੋਂ ਕਿਤੜਾ। ਕਹਿੰਦੇ ਇਸ ਮੂਰਖ ਮਨ ਨੂੰ ਕਿੰਨਾ ਕਿੰਨਾ ਸਮਝਾ ਕੇ ਕਿੰਨੀ ਕੁ ਵਾਰੀ ਆਖੀਏ, ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ। ਕਹਿੰਦੇ ਗੁਰੂ ਦੇ ਰੰਗ ਵਿੱਚ ਰੰਗਿਆ ਜਾ ਤੇ ਗੁਰੂ ਦੇ ਗੁਣ ਗਾ। ਕਿਉਂਕਿ ਇਹ ਦੇਖੋ, ਇਹ ਮਨ ਜਿਹੜਾ ਹੈ ਇਹ ਸਰੀਰ ਦਾ ਕੋਈ ਦਿਸਣ ਵਾਲਾ ਅੰਗ ਨਹੀਂ। ਸਾਡੇ ਬਾਹਰੀ ਸਰੀਰਕ ਅੰਗ ਅਸੀਂ ਆਪਾਂ ਦੇਖਦੇ ਹਾਂ, ਹੱਥ ਪੈਰ ਅੱਖਾਂ ਨੱਕ ਮੂੰਹ ਸਾਰਾ ਕੁਝ ਦਿਖਦਾ। ਜਿਹੜੇ ਅੰਦਰੂਨੀ ਅੰਗ ਨੇ ਉਹਨਾਂ ਨੂੰ ਡਾਕਟਰ ਦੀ ਸਕੈਨ ਦੇਖ ਲੈਂਦੀ ਹੈ। ਉਹਨਾਂ ਨੇ ਆਪਾਂ ਨੂੰ ਦੱਸ ਦਿੱਤਾ ਵੀ ਆਪਣਾ ਦਿਲ ਜਿਹੜਾ ਉਹ ਇੱਥੇ ਹੈ, ਆਪਣਾ ਦਿਮਾਗ ਇੱਥੇ ਹੈ, ਆਪਣੇ ਗੁਰਦੇ ਇੱਥੇ ਹੈ, ਗਾਲ ਬਲੱਡ ਜੋ ਵੀ ਕੁਝ ਸਰੀਰ ਦੇ ਅੰਦਰ ਹੈਗਾ, ਆਪਾਂ ਨੂੰ ਵੀ ਅੰਦਾਜ਼ਾ ਲੱਗ ਜਾਂਦਾ ਵੀ ਇੱਥੇ ਆਹ ਚੀਜ਼ ਹੈ। ਨਾ ਆਪਾਂ ਤੇ ਨਾ ਡਾਕਟਰ ਦੀ ਸਕੈਨ ਨੇ ਇਹ ਨਹੀਂ ਅਜੇ ਤੱਕ ਦੱਸਿਆ ਵੀ ਮਨ ਕਿੱਥੇ ਹੈ, ਸਿਰ ਵਿੱਚ ਹੈ, ਪੇਟ ਵਿੱਚ ਹੈ, ਛਾਤੀ ਵਿੱਚ ਹੈ, ਕਿੱਥੇ ਹੈ, ਕਿਤੇ ਨਹੀਂ ਦਿਸਦਾ। ਗੁਰਬਾਣੀ ਕਹਿੰਦੀ ਇਸ ਤਨ ਮਹਿ ਮਨ ਕੋਈ ਗੁਰਮੁਖ ਪੇਖੈ। ਕਹਿੰਦੇ ਇਸ ਤਨ ਵਿਚਲੇ ਮਨ ਨੂੰ ਕੋਈ ਗੁਰਮੁਖ ਦੇਖ ਸਕਦਾ। ਜਿਹੜੀ ਚੀਜ਼ ਦੇਖਾਂਗੇ ਉਹਦੇ ਹੀ ਹਾਲਾਤ ਸੁਧਾਰਾਂਗੇ ਨਾ। ਜਿਹੜੀ ਚੀਜ਼ ਆਪਾਂ ਨੂੰ ਪਤਾ ਹੀ ਨਹੀਂ, ਕਈ ਵਾਰੀ ਘਰ 'ਚ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਉਹ ਕਿਸੇ ਇਹੋ ਜਿਹੀ ਥਾਂ 'ਤੇ ਪਈਆਂ ਹੁੰਦੀਆਂ, ਆਪਾਂ ਨੂੰ ਪਤਾ ਨਹੀਂ ਹੁੰਦਾ, ਉਹਨਾਂ ਦੀ ਹਾਲਤ ਇੰਨੀ ਵਿਗੜ ਜਾਂਦੀ ਆ, ਜਦੋਂ ਕਿਤੇ ਕਈ ਵਰ੍ਹਿਆਂ ਬਾਅਦ ਉਹ ਸਾਹਮਣੇ ਆਉਂਦੀਆਂ ਤੇ ਆਪਾਂ ਫਿਰ ਉਹਨਾਂ ਨੂੰ ਦੇਖ ਕੇ ਮਹਿਸੂਸ ਕਰਦੇ ਵੀ ਚੀਜ਼ ਕੀਮਤੀ ਹੈ, ਸਾਂਭ ਸੰਭਾਲ ਨਹੀਂ ਹੋਈ, ਹਾਲਾਤ ਇਹਦੇ ਵਿਗੜ ਗਏ, ਇਹਨੂੰ ਦੁਬਾਰਾ ਤੋਂ ਸਵਾਰੀਏ। ਜਦੋਂ ਗੁਰੂ ਸ਼ਰਨ ਵਿੱਚ ਆਵਾਂਗੇ ਤਾਂ ਸਾਨੂੰ ਆਪਣਾ ਮਨ ਦਿਸੇਗਾ, ਤੇ ਜਦੋਂ ਦਿਸੇਗਾ ਤੇ ਅਸੀਂ ਹੈਰਾਨ ਹੋਵਾਂਗੇ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ ਹੋਏ ਤੇ ਕਾਲਾ ਹੋਇਆ ਪਿਆ। ਇਸ ਕਾਲੇ ਮਨ ਨੂੰ ਹੁਣ ਧੋਣਾ ਕਿਵੇਂ ਹੈ? ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ। ਜਦੋਂ ਗੁਰੂ ਸ਼ਰਨ ਚੋਂ ਮਨ ਦਿਸੇਗਾ, ਮਨ ਮੈਲਾ ਦਿਸੇਗਾ, ਫਿਰ ਮਨ ਦੇ ਮੈਲੇਪਨ ਨੂੰ ਧੋਣ ਵਾਸਤੇ ਅਸੀਂ ਯਤਨ ਕਰਾਂਗੇ। ਮਹਾਰਾਜ ਕਹਿੰਦੇ ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ। ਗੁਣ ਗਾ, ਆਪਣੇ ਰੰਗ ਜਿਹੜਾ ਗੁਰਮਤਿ ਦਾ ਉਹਦੇ ਵਿੱਚ ਆਪਣੇ ਮਨ ਨੂੰ ਰੰਗ ਲਾਏ। ਮੈਂ ਆਪਣੇ ਮਨ ਨੂੰ ਸਮਝਾ ਰਿਹਾ, ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ। ਮਹਾਰਾਜ ਕਹਿੰਦੇ ਮਨਮੁਖ ਭਰਮ ਵਿੱਚ ਭੁੱਲਾ ਹੋਇਆ, ਭੁਲੇਖੇ ਵਿੱਚ, ਨਾ ਤਿਸ ਰੰਗ ਹੈ। ਉਹ ਬਾਹਰੋਂ ਤਨ ਨੂੰ ਭਾਵੇਂ ਜਿੰਨਾ ਮਰਜ਼ੀ ਰੰਗ ਲਵੇ। ਦੇਖੋ ਅੱਜ ਸਮਾਜ ਦੇ ਹਾਲਾਤ ਨੇ, ਮਾਫ ਕਰਨਾ, ਅੱਜ ਬੰਦਾ ਆਪਣੇ ਤਨ ਨੂੰ ਸ਼ਿੰਗਾਰਨ 'ਤੇ ਬਹੁਤ ਜ਼ਿਆਦਾ ਜ਼ੋਰ ਲਾ ਰਿਹਾ। ਆਪਣੀ ਕਮਾਈ ਦਾ ਬਹੁਤ ਸਾਰਾ ਹਿੱਸਾ ਇਸੇ ਚੀਜ਼ 'ਤੇ ਲੱਗ ਰਿਹਾ। ਕੀਮਤੀ ਬ੍ਰਾਂਡਡ ਕੱਪੜੇ ਹੈ, ਕੀਮਤੀ ਮੇਕਅਪ, ਸਭ ਕੁਝ ਹੈ ਨਾ। ਪਰ ਗੁਰਬਾਣੀ ਨੇ ਪਤਾ ਕੀ ਲਿਖਿਆ? ਕਹਿੰਦੇ ਧਨੀ ਵਿਹੂਣਾ ਪਾਟ ਪਟੰਬਰ ਭਾਹੇ ਸੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ। ਕਹਿੰਦੇ ਬਾਹਰਲੇ ਰੰਗ ਕੀ ਕਰਨਗੇ ਭਲਿਆ? ਮੈਂ ਤਾਂ ਚਾਹੁੰਦਾ ਬਾਹਰਲੇ ਦੁਨਿਆਵੀ ਰੰਗ, ਰੇਸ਼ਮੀ ਕੀਮਤੀ ਕੱਪੜੇ ਭਾਵੇਂ ਅੱਗ ਲਾ ਕੇ ਸੜ ਜਾਣ, ਜੇ ਜ਼ਿੰਦਗੀ 'ਚ ਪਰਮਾਤਮਾ ਦਾ ਪਿਆਰ ਹੀ ਨਹੀਂ। ਤੇ ਜੇ ਜ਼ਿੰਦਗੀ ਵਿੱਚ ਪਰਮਾਤਮਾ ਦਾ ਪਿਆਰ ਆ ਗਿਆ, ਧੂੜੀ ਵਿੱਚ ਲੁਡੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ। ਰੱਬ ਦਾ ਪਿਆਰ ਹੋਵੇ, ਭਾਵੇਂ ਬੰਦਾ ਧੂੜ ਵਿੱਚ ਵੀ ਲਿਬੜਿਆ ਹੋਵੇ ਤਾਂ ਵੀ ਫੱਬਦਾ। ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲਿਆਂ ਨੇ ਕਿੰਨੇ ਕੁ ਕੀਮਤੀ ਬਸਤਰ ਪਾਏ ਜ਼ਿੰਦਗੀ 'ਚ। ਉਹਨਾਂ ਨੇ ਤੇ ਇਹੋ ਜਿਹੇ ਵੀ ਹਾਲਾਤ ਹੰਢਾਏ 1947 ਦੀ ਵੰਡ ਵੇਲੇ। ਕਹਿੰਦੇ ਮੇਰਾ ਪਰਿਵਾਰ ਬੜਾ ਵੱਡਾ ਹੋ ਗਿਆ, ਆਮਦਨ ਦੇ ਸਾਧਨ ਘਟ ਗਏ ਕਿਉਂਕਿ ਸਾਰੇ ਲੋਕ ਉੱਜੜ ਗਏ, ਉਥਲ ਪੁਥਲ ਹੋ ਗਈ। ਕਹਿੰਦੇ ਮੇਰੇ ਪੈਰਾਂ 'ਚ ਪਾਉਣ ਲਈ ਜੋੜਾ ਨਹੀਂ, ਗਲ 'ਚ ਪਾਉਣ ਲਈ ਕੁੜਤਾ ਨਹੀਂ, ਸਿਰ 'ਤੇ ਬੰਨਣ ਲਈ ਪੱਗ ਨਹੀਂ, ਦਾੜਾ ਧੋਣ ਦਾ ਸਮਾਂ ਨਹੀਂ, ਦਾੜੇ ਦੀਆਂ ਜਟਾਂ ਵੱਜ ਗਈਆਂ। ਇੱਕ ਚਾਦਰ ਨਾਲ ਮੈਂ ਨੰਗੇਜ ਕੱਟਦਾ ਤੇ ਸਟੇਸ਼ਨਾਂ ਦੇ ਉੱਪਰ ਖੜ ਕੇ ਫਰਾਟੇਦਾਰ ਇੰਗਲਿਸ਼ ਬੋਲ ਕੇ ਲੋਕਾਂ ਤੋਂ ਭੀਖ ਮੰਗਦਾ ਵੀ ਮੇਰੇ ਪਰਿਵਾਰ ਵਾਸਤੇ ਮੈਨੂੰ ਮਦਦ ਦਿਓ। ਇੰਗਲਿਸ਼ ਮੀਡੀਅਮ ਵਿੱਚ ਆਪਾਂ 21ਵੀਂ ਸਦੀ 'ਚ ਚੱਲ ਰਹੇ ਹਾਂ। 20ਵੀਂ ਸਦੀ ਦੇ ਸ਼ੁਰੂ ਵਿੱਚ ਇੰਗਲਿਸ਼ ਮੀਡੀਅਮ 'ਚ ਭਗਤ ਜੀ ਨੇ ਮੈਟ੍ਰਿਕ ਪਾਸ ਕੀਤੀ ਸੀ।
ਆਲਾ ਦਰਜੇ ਦੇ ਅਫਸਰ ਬਣ ਸਕਦੇ ਸੀ, ਪਰ ਉਹਨਾਂ ਨੇ ਮਨੁੱਖਤਾ ਦੀ ਸੇਵਾ ਨੂੰ ਮਹਾਨ ਮੰਨਿਆ। ਅੱਜ ਉਹਨਾਂ ਦੇ ਨਾਂ 'ਤੇ ਅਵਾਰਡ ਦਿੱਤੇ ਜਾਂਦੇ, ਇਸ ਲਈ ਨਹੀਂ ਕਿ ਉਹਨਾਂ ਦਾ ਤਨ ਸੋਹਣਾ ਸੀ, ਇਸ ਲਈ ਕਿ ਉਹਨਾਂ ਦੇ ਕੰਮ ਸੋਹਣੇ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੂਰਖ ਬੰਦਾ ਆਪਣੇ ਤਨ ਨੂੰ ਸਵਾਰਨ ਵਿੱਚ ਲੱਗਾ ਰਹਿੰਦਾ ਹੈ, ਪਰ ਬਾਣੀ ਵਿੱਚ ਕਬੀਰ ਸਾਹਿਬ ਕਹਿੰਦੇ ਫਿਰ ਕੀ ਹੋਊਗਾ ਤਨ ਸਵਾਰਿਆ। ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਠ ਕੈ ਸੰਗਾ। ਮਹਾਰਾਜ ਕਹਿੰਦੇ ਮੂਰਖ ਭਰਮ ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ, ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ। ਉਹ ਮਨ ਕਰਕੇ ਵੀ ਤਨ ਕਰਕੇ ਵੀ ਭੰਗ ਤੋਂ ਅਰਥ ਟੁੱਟਿਆ ਹੋਇਆ ਗੁਰੂ ਨਾਲ, ਨਾ ਉਹਦੇ ਤਨ 'ਤੇ ਸਿੱਖੀ ਹੈ ਨਾ ਉਹਦੇ ਮਨ ਵਿੱਚ ਸਿੱਖੀ ਹੈ। ਕਹਿੰਦੇ ਮਰਸੀ ਹੋਏ ਵਿਡਾਣਾ, ਉਹ ਆਤਮਿਕ ਤੌਰ 'ਤੇ ਵਿਡਾਣਾ ਨਿਖਸਮਾ ਹੋ ਕੇ ਮਰੇਗਾ, ਜਿਹਦਾ ਕੋਈ ਮਾਲਕ ਨਹੀਂ ਹੋਵੇਗਾ। ਗੁਰੂ ਨਾਲ ਜੁੜੇ ਹੋਏ ਦੀ ਗੁਰੂ ਬਾਂਹ ਫੜਦਾ, ਜਮਦੂਤਾਂ ਦੀ ਮਾਰ ਤੋਂ ਬਚਾ ਲੈਂਦਾ, ਨਰਕਾਂ ਵਿੱਚ ਨਹੀਂ ਪੈਣ ਦਿੰਦਾ। ਜਿਹਦਾ ਮਾਲਕ ਹੀ ਕੋਈ ਨਾ ਹੋਵੇ ਉਹ ਰੁਲ ਜਾਂਦਾ, ਨਾ ਲੋਕ ਵਿੱਚ ਨਾ ਪਰਲੋਕ ਵਿੱਚ ਉਹਨੂੰ ਕੋਈ ਥਾਂ ਮਿਲਦਾ। ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ। ਕਹਿੰਦੇ ਭਾਈ ਆਪਣੇ ਨਿੱਜ ਘਰ ਦੇ ਵਾਸਤੇ ਜਿਹੜਾ ਲਾਹਾ ਹੈ, ਗੁਰ ਕੀ ਕਾਰ ਕਮਾਏ। ਵੇਖੋ ਗੁਰੂ ਦੀ ਕਾਰ ਕੀ ਹੈ। ਗੁਰੂ ਐਂ ਤਾਂ ਨਹੀਂ ਕਹਿੰਦਾ ਵੀ ਕੰਮ ਛੱਡ ਕੇ ਆ ਕੇ ਸਾਰੇ ਦਿਨ ਗੁਰਦੁਆਰੇ ਮੇਰੀ ਸੇਵਾ ਕਰੀ ਜਾਓ। ਗੁਰੂ ਕਹਿੰਦਾ ਕੰਮ ਆਪਣੇ ਕਰੋ, ਪਰ ਸੁਚੱਜਤਾ ਨਾਲ ਕਰੋ। ਤੁਹਾਡੇ ਕੰਮਾਂ ਕਰਕੇ ਤੁਹਾਨੂੰ ਖੁਸ਼ੀ ਮਿਲੇ, ਪਰ ਕਿਸੇ ਨੂੰ ਦੁੱਖ ਨਾ ਮਿਲੇ। ਇਹੀ ਤਾਂ ਗੁਰੂ ਦੀ ਰਜਾ ਹੈ। ਗੁਰੂ ਮਹਾਰਾਜ ਜੋ ਵੀ ਸਾਨੂੰ, ਜੇ ਮਹਾਰਾਜ ਕਹਿੰਦੇ ਕੇਸ ਰੱਖ ਲਾ, ਮਹਾਰਾਜ ਨੂੰ ਤਾਂ ਕੋਈ ਫਾਇਦਾ ਨਹੀਂ। ਜੇ ਮਹਾਰਾਜ ਕਹਿੰਦੇ ਅੰਮ੍ਰਿਤ ਛਕ ਲਾ, ਮਹਾਰਾਜ ਨੂੰ ਤਾਂ ਕੋਈ ਲਾਭ ਨਹੀਂ ਹੈ। ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ। ਉਹਨੇ ਸਾਡੇ ਕਹਿਣ ਨਾਲ ਕਿਤੇ ਵੱਡਾ ਹੋਣ ਜਾਂ ਕਹਿਣ ਨਾਲ ਛੋਟਾ, ਫਾਇਦੇ ਸਾਰੇ ਸਾਡੇ ਹੀ ਹੈ। ਮਹਾਰਾਜ ਕਹਿੰਦੇ ਤੈਨੂੰ ਹੀ ਲਾਭ ਮਿਲੇਗਾ। ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ। ਗੁਰਬਾਣੀ ਦੇ ਵਿੱਚੋਂ ਸ਼ਬਦ ਦੇ ਰਾਹੀਂ ਨਿਰਵਾਣ ਜਿਹੜੀ ਪਦਵੀ ਉਹਦੀ ਪਹਿਚਾਣ ਹੋ ਜਾਏਗੀ ਜੇ ਸਿਮਰਾਂਗੇ ਪਰਮਾਤਮਾ ਦੇ ਨਾਮ ਨੂੰ। ਮਹਾਰਾਜ ਕਹਿੰਦੇ ਇਹ ਕੋਈ ਜ਼ੋਰ ਨਹੀਂ ਹੈ ਕਿ ਅਸੀਂ ਖੋ ਕੇ ਪਰਮਾਤਮਾ ਦਾ ਨਾਮ ਲਈਏ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ। ਕਹਿੰਦੇ ਮੇਰੀ ਅਰਦਾਸ ਹੁਣ ਆਪਾਂ ਰੱਖਦੇ ਸ਼ਰਤ ਵੀ ਇੰਨਾ ਪਾਠ ਕਰਾਂਗਾ ਤੇ ਆਹ ਕੰਮ ਹੋਵੇ। ਅੱਬਲ ਤੇ ਕਹਿੰਦੇ ਆਹ ਕੰਮ ਪਹਿਲਾਂ ਹੋਵੇ ਤੇ ਫਿਰ ਇੰਨਾ ਪਾਠ ਕਰਾਂਗਾ। ਇੱਥੇ ਸ਼ਰਤ ਨਹੀਂ ਹੈ, ਇੱਥੇ ਅਰਦਾਸ ਹੈ। ਜੇ ਵਾਹਿਗੁਰੂ ਨੂੰ ਭਾਵੇ ਆਪਾਂ ਕਰਨੀ ਹੈ, ਤੇ ਜੇ ਨਹੀਂ ਵੀ ਹੋਈ ਪੂਰੀ ਤੇ ਰੁੱਸ ਨਹੀਂ ਸਕਦੇ ਅਸੀਂ। ਬੱਚਾ ਮਾਪਿਆਂ ਤੋਂ ਬਹੁਤ ਕੁਝ ਮੰਗਦਾ, ਛੋਟਾ ਜਿਹਾ ਬੱਚਾ ਵੱਡੀਆਂ ਚੀਜ਼ਾਂ ਮੰਗਦਾ, ਮਾਪੇ ਨਹੀਂ ਲੈ ਕੇ ਦਿੰਦੇ। ਸਮਰੱਥਾ ਹੈ ਮਾਪਿਆਂ ਕੋਲ, ਪਰ ਮਾਪਿਆਂ ਨੂੰ ਪਤਾ ਇਹਦਾ ਨੁਕਸਾਨ ਹੋ ਜਾਏਗਾ। ਹੁਣ ਛੋਟਾ ਬੱਚਾ ਮੋਬਾਈਲ ਮੰਗੇ, ਆਪਾਂ ਨਹੀਂ ਲੈ ਕੇ ਦਿਆਂਗੇ, ਆਪਾਂ ਕਹਾਂਗੇ ਇਹਦੀ ਲੋੜ ਹੀ ਨਹੀਂ, ਇਹਦਾ ਨੁਕਸਾਨ ਹੋਣਾ। ਛੋਟਾ ਬੱਚਾ ਬਾਈਕ ਮੰਗੇ, ਨਹੀਂ ਲੈ ਕੇ ਦਿਆਂਗੇ, ਭਾਵੇਂ ਲੈ ਕੇ ਦੇ ਸਕਦੇ। ਇਵੇਂ ਗੁਰੂ ਦੇ ਸਭ ਕੁਝ ਸਕਦਾ ਹੈ, ਪਰ ਜ਼ਰੂਰੀ ਨਹੀਂ ਹੁੰਦਾ ਕਿ ਜੋ ਅਸੀਂ ਮੰਗਦੇ ਹੋਈਏ ਉਹ ਸਾਨੂੰ ਮਿਲ ਜਾਵੇ, ਕਿਉਂਕਿ ਉਹ ਸਾਡੀ ਲੋੜ ਨਹੀਂ ਸੀ ਤਾਂ ਨਹੀਂ ਸਾਨੂੰ ਰੱਬ ਨੇ ਦਿੱਤਾ। ਕਹਿੰਦੇ ਮੇਰੀ ਇੱਕ ਅਰਦਾਸ ਹੈ, ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ। ਕਹਿੰਦੇ ਜੇ ਤੁਹਾਨੂੰ ਚੰਗੀ ਲੱਗ ਜਾਵੇ, ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ। ਮੈਨੂੰ ਆਪਣੇ ਨਾਮ ਵਿੱਚ ਨਿਵਾਸ ਬਖਸ਼ੋ, ਨਾਮ ਦਾ ਨਿਵਾਸ ਮੇਰੇ ਹਿਰਦੇ 'ਚ ਹੋ ਜੇ। ਹਰ ਗੁਣ ਗਾਵਸੀ, ਮੈਂ ਸਦਾ ਤੇਰੇ ਗੁਣ ਗਾਉਂਦਾ ਰਹਾਂ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਜੇ ਕਿਤੇ ਬੱਚਾ ਆਪਣੇ ਮਾਪਿਆਂ ਨੂੰ ਕਹੇ ਪਿਤਾ ਜੀ ਮਾਤਾ ਜੀ ਮੈਂ ਕੁਝ ਮੰਗਣਾ ਹੈ ਤੁਹਾਡੇ ਤੋਂ, ਉਹ ਕਹਿਣ ਪੁੱਤ ਮੰਗ, ਤਾਂ ਕਹੇ ਵੀ ਮੇਰਾ ਨਾ ਚੰਗੀਆਂ ਕਿਤਾਬਾਂ ਪੜ੍ਹਨ ਨੂੰ ਜੀ ਕਰਦਾ ਹੈ, ਮੈਂ ਚਾਹੁੰਦਾ ਕਿ ਮੇਰੇ ਗਿਆਨ 'ਚ ਵਾਧਾ ਹੋਵੇ, ਮੈਨੂੰ ਕੋਈ 2-4 ਚੰਗੀਆਂ ਕਿਤਾਬਾਂ ਲਿਆ ਦਿਓ। ਤੇ ਮਾਪੇ ਖੁਸ਼ ਹੋ ਜਾਣਗੇ ਵੀ ਬੱਚਾ ਚੰਗੀ ਚੀਜ਼ ਮੰਗ ਰਿਹਾ ਤੇ ਆਪਾਂ ਇਹਨੂੰ ਜ਼ਰੂਰ ਦੇਣੀ ਹੈ। ਜਦੋਂ ਗੁਰੂ ਕੋਲੋਂ ਨਾਮ ਮੰਗਾਂਗੇ, ਬਾਕੀ ਸਭ ਕੁਝ ਛੱਡ ਕੇ ਗੁਰੂ ਕਹੇਗਾ ਮੇਰਾ ਬੱਚਾ ਬੜੀ ਚੰਗੀ ਚੀਜ਼ ਮੰਗਦਾ ਹੈ, ਇਹ ਅਰਦਾਸ ਜ਼ਰੂਰ ਗੁਰੂ ਨੂੰ ਭਾਅ ਜਾਵੇਗੀ। ਸੋ ਸਾਧ ਸੰਗਤ ਇੰਨੀ ਕੁ ਵਿਚਾਰਾਂ ਦੀ ਅੱਜ ਹਾਜ਼ਰੀ ਸੀ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰ ਸੰਗਤ ਜੀ ਖਿਮਾ ਬਖਸ਼ੋ। ਆਓ ਹੁਣ ਇੱਥੇ ਹੀ ਆਪਾਂ ਫਤਿਹ ਗਜਾਈਏ। ਸਾਰੀ ਸੰਗਤ ਪਿਆਰ ਨਾਲ 2 ਪੰਕਤੀਆਂ ਪੜ੍ਹ ਕੇ ਆਖੋ, ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ। ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।